ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਨਵਜੀਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਤੇ ਹਰ ਰੋਜ਼ ਤਰ੍ਹਾਂ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਤੇ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ, ਫਿਰ ਕਰਦੇ ਖਬਰਾਂ ਤੇ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਯੂਕੇ ਵਿੱਚ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਤੇ ਵੋਟਾਂ ਕਹਿੰਦੇ ਪਹਿਲੇ ਗੇੜ ਦੀਆਂ ਪੈ ਗਈਆਂ ਤੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਅੱਗੇ ਚੱਲ ਰਹੇ ਆ। ਕਿਵੇਂ ਦੇਖਦੇ ਆ, ਬਣ ਜਾਣਗੇ ਪ੍ਰਧਾਨ ਮੰਤਰੀ ਫਿਰ? ਦੇਖੋ, ਗੱਲ ਇਹ ਆ ਨਵਜੀਤ ਜੀ, ਉੱਥੇ ਜਿਹੜਾ ਹੋਣ ਵਾਲਾ ਪ੍ਰਧਾਨ ਮੰਤਰੀ ਆ ਬੋਰਿਸ ਜੌਨਸਨ, ਉਹ ਬੜੀ ਬੁਰੀ ਤਰ੍ਹਾਂ ਲੋਕਾਂ ਦੇ ਵੀ ਤੇ ਆਪਣੀ ਪਾਰਟੀ ਲੀਡਰਸ਼ਿਪ ਦੇ ਵੀ ਮਨੋਂ ਲੱਥ ਚੁੱਕਾ। ਉਹਨੂੰ ਅਸਤੀਫਾ ਦੇਣਾ ਪੈ ਗਿਆ ਕਿਉਂਕਿ ਹੌਲੀ ਹੌਲੀ ਇੱਕ ਇੱਕ ਕਰਕੇ ਉਹਦੇ ਸਾਰੇ ਸਾਥੀ ਅਸਤੀਫੇ ਦੇਣ ਲੱਗ ਪਏ ਸੀ ਜੀ। ਅੱਗੋਂ ਬਹੁਤ ਸੰਮਤੀ ਤਾਂ ਇਸ ਪਾਰਟੀ ਕੋਲ ਹੈਗੀ ਆ ਔਰ ਬਹੁਤ ਸੰਮਤੀ ਵੀ ਬਹੁਤ ਵੱਡੀ ਆ। ਇਸ ਕਰਕੇ ਇਸ ਪਾਰਟੀ ਕੋਲ ਅਜੇ ਹੱਕ ਹੈ ਕਿ ਅਗਲੀਆਂ ਆਮ ਚੋਣਾਂ ਤੱਕ ਦੇਸ਼ ਦੀ ਸਰਕਾਰ ਚਲਾਵੇ। ਇਹਨਾਂ ਦਾ ਸਿਸਟਮ ਇਹ ਹੁੰਦਾ ਕਿ ਫਿਰ ਪਾਰਟੀ ਦੇ ਅੰਦਰ ਲੀਡਰਸ਼ਿਪ ਦੀ ਚੋਣ ਹੁੰਦੀ ਆ। ਉੱਥੇ ਸਾਡੇ ਵਾਂਗ ਇਹ ਨਹੀਂ ਕਿ ਜੇ ਨਵਜੀਤ ਸਿੰਘ ਨੇ ਚੋਣ ਲੜਨੀ ਆ ਤੇ ਜਤਿੰਦਰ ਪੰਨੂ ਉਹਦਾ ਨਾਂ ਪੇਸ਼ ਕਰੇ ਜੀ। ਉੱਥੇ ਆਪਣੇ ਆਪ ਨੂੰ ਕਹਿਣਾ ਪੈਂਦਾ ਕਿ ਮੈਂ ਵੀ ਦਾਅਵੇਦਾਰ ਹਾਂ। ਕਈਆਂ ਲੋਕਾਂ ਨੇ ਕਲੇਮ ਕੀਤਾ ਮੈਂ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ। ਹੁਣ ਵਾਲੀ ਸਰਕਾਰ ਦਾ ਖਜ਼ਾਨਾ ਮੰਤਰੀ ਰਿਸ਼ੀ ਸੁਨਕ ਜਿਹੜਾ ਉਹ ਭਾਰਤੀ ਮੂਲ ਦਾ ਜੀ, ਉਹਦੇ ਮਾਂ-ਬਾਪ ਇੱਥੋਂ ਗਏ ਸੀ। ਉਹ ਉੱਥੇ ਇੰਗਲੈਂਡ ਦਾ ਬਹੁਤ ਵੱਡਾ ਸ਼ਹਿਰ ਹੈ, ਵੱਡੇ ਨਾਲ ਬਲਕਿ ਇਹ ਇੱਕ ਪ੍ਰਸਿੱਧ ਸ਼ਹਿਰ ਆ ਸਾਊਥਹੈਂਪਟਨ। ਉਹਦੇ ਨਾਲ ਹੀ ਆਈਲ ਆਫ ਵਾਈਟ ਦੇ ਉੱਤੇ ਔਸ਼ਬਰਨ ਹਾਊਸ ਆ ਜਿੱਥੇ ਮਹਾਰਾਜਾ ਦਲੀਪ ਸਿੰਘ ਨੂੰ ਰੱਖਿਆ ਗਿਆ ਸੀ। ਮੈਂ ਸਾਊਥਹੈਂਪਟਨ ਵੇਖਿਆ। ਇਹ ਉੱਥੋਂ ਦਾ ਰਹਿਣ ਵਾਲਾ, ਚੰਗਾ ਸਿਆਣਾ ਵੀ ਗਿਣਿਆ ਜਾਂਦਾ, ਖਜ਼ਾਨਾ ਵੀ ਸੰਭਾਲਦਾ ਰਿਹਾ। ਉਹ ਕਾਫੀ ਲੋਕਾਂ 'ਚ ਚਰਚਿਤ ਆ ਤੇ ਉਹ ਇਸ ਵੇਲੇ ਮੁਕਾਬਲੇ ਵਿੱਚ ਆ ਜੀ। ਮੁਕਾਬਲੇ 'ਚ ਕਹਿੰਦੇ ਆ ਕੱਲ੍ਹ ਪਹਿਲੀ ਵਾਰ ਵੋਟਾਂ ਪਈਆਂ ਪਹਿਲੇ ਗੇੜ ਦੀਆਂ। ਇਹ ਵੋਟਾਂ ਆਮ ਲੋਕਾਂ 'ਚੋਂ ਨਹੀਂ ਸੀ ਪੈਣੀਆਂ, ਇੱਕ ਉਹਦੀ ਆਪਣੀ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਨੇ ਪਾਉਣੀਆਂ ਸੀ ਕਿ ਸਾਡਾ ਲੀਡਰ ਕੌਣ ਹੋਵੇ। ਪਹਿਲੇ ਗੇੜ 'ਚੋਂ ਦੂਜੇ ਗੇੜ 'ਚ ਕਿਹਨੇ ਜਾਣਾ, ਉਹਦੇ ਵਾਸਤੇ ਸ਼ਰਤ ਸੀ ਕਿ ਜਿਹੜਾ 30 ਪਾਰਲੀਮੈਂਟ ਮੈਂਬਰਾਂ ਦੀ ਹਮਾਇਤ ਲੈ ਜਾਵੇ, ਜਿਹਦੇ ਪਿੱਛੇ 30 ਜਣੇ ਵੋਟ ਪਾ ਦੇਣ, ਉਹ ਅਗਲੇ ਗੇੜ 'ਚ ਜਾਊਗਾ, ਦੂਜਾ ਨਹੀਂ ਜਾਊਗਾ। ਇੱਦਾਂ ਦੇ 8 ਜਣੇ ਨਿਕਲੇ ਆ ਜਿਨ੍ਹਾਂ ਨੂੰ 30 ਤੋਂ ਵੱਧ ਪਾਰਲੀਮੈਂਟ ਮੈਂਬਰਾਂ ਦੀ ਹਮਾਇਤ ਮਿਲੀ। ਉਹ ਦੂਜੇ ਗੇੜ 'ਚ ਗਏ ਨੇ। ਉਹਨਾਂ 30 'ਚ ਸਭ ਤੋਂ ਵੱਧ ਜਿਹੜੀਆਂ ਪਾਰਲੀਮੈਂਟ ਮੈਂਬਰਾਂ ਦੀਆਂ ਵੋਟਾਂ ਉਹ ਇਹਨੂੰ ਮਿਲੀਆਂ। ਕਹਿੰਦੇ ਇਹਨੂੰ 88 ਮਿਲੀਆਂ। ਇਹਦੇ ਮਗਰ ਇੱਕ ਹੋਰ ਬੀਬੀ ਮੰਤਰੀ ਉਹ ਵੀ, ਉਹਨੂੰ 77 ਮਿਲੀਆਂ, 11 ਘੱਟ ਨੇ। ਉਹਦੇ ਤੋਂ ਪਿੱਛੇ ਇੱਕ ਹੋਰ ਹੈ, ਉਹ ਵੀ ਮੰਤਰੀ ਹੈ, ਵਪਾਰ ਮੰਤਰੀ ਸ਼ਾਇਦ, ਉਹਨੂੰ 55 ਮਿਲੀਆਂ, ਯਾਨੀ ਉਹ ਤੋਂ ਵੀ 22 ਘੱਟ। ਇਹ ਸਾਰਿਆਂ ਤੋਂ ਅੱਗੇ ਆ। ਹੁਣ ਦੂਸਰੇ ਗੇੜ ਦੇ ਵਿੱਚ 8 ਜਣੇ ਰਹਿ ਗਏ ਆ। ਵੋਟਿੰਗ ਇਹਦੇ ਉੱਤੇ ਵੀ ਹੋ, ਬੜੇ ਲੋਕਾਂ ਨੂੰ ਆਸ ਆ ਇਹ ਤਾਂ ਜੀ ਹੁਣ ਅੱਗੇ ਲੰਘ ਗਿਆ ਤਾਂ ਹੁਣ ਲੈ ਜਾਓ ਦੱਬ ਕੇ, ਹੁਣ ਤਾਂ ਸਾਡਾ ਉੱਥੇ ਇੰਗਲੈਂਡ ਵਿੱਚ ਜਾ ਕੇ ਪ੍ਰਧਾਨ ਮੰਤਰੀ ਬਣੂਗਾ। ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਬਣ ਜਾਵੇ, ਅਸੀਂ ਵੀ ਇਹਦਾ ਸਵਾਗਤ ਕਰ ਦਿਆਂਗੇ, ਪਰ ਇਹ ਕੰਮ ਐਡਾ ਸੌਖਾ ਨਹੀਂ ਜੀ। ਅਸੀਂ ਇਹੋ ਜਿਹੇ ਮੁਕਾਬਲੇ ਵੇਖੇ ਆ ਜਿਨ੍ਹਾਂ ਦੀ ਸ਼ੁਰੂਆਤ ਪੱਛਮੀ ਦੇਸ਼ਾਂ ਤੋਂ ਹੋਈ ਸੀ। ਟੀਵੀ ਚੈਨਲਾਂ 'ਤੇ ਚੱਲਦੇ ਆ, 8-10 ਜਣੇ ਖੜ੍ਹੇ ਹੁੰਦੇ ਆ, ਇੱਕ ਸਵਾਲ ਕਰਦੇ ਆ ਜੀ ਸਭ ਤੋਂ ਸਿਆਣਾ ਕੌਣ, ਸਭ ਤੋਂ ਕਮਜ਼ੋਰ ਕੜੀ ਕੌਣ, ਤੇ ਜਿਹੜੇ ਬਾਕੀ ਦੇ ਆ ਉਹ ਕਮਜ਼ੋਰ ਕੜੀ ਦੇ ਉੱਤੇ ਉਂਗਲ ਨਹੀਂ ਰੱਖਦੇ, ਉਹ ਵੇਖਦੇ ਸਭ ਤੋਂ ਸਿਆਣਾ ਕੌਣ ਹੈ। ਉਹਨੂੰ ਸਭ ਤੋਂ ਨਿਕੰਮਾ ਕਹਿ ਕੇ ਉਹਦੇ ਖਿਲਾਫ ਵੋਟਾਂ ਪਾਉਂਦੇ ਆ ਤਾਂ ਕਿ ਇਹ ਨਿਕਲ ਜਾਵੇ। ਬਾਕੀਆਂ ਵਿੱਚੋਂ ਫਿਰ ਪੁੱਛਦੇ ਕਮਜ਼ੋਰ ਕੜੀ ਕੌਣ ਜਾਂ ਨਿਕੰਮਾ ਕਿਹੜਾ। ਉਹ ਸਾਰੇ ਜਾਣੇ ਰਲ ਕੇ ਜਿਹੜਾ ਸਭ ਤੋਂ ਸਿਆਣਾ ਉਹਨੂੰ ਕਹਿੰਦੇ ਜੀ ਇਹ ਨਿਕੰਮਾ, ਉਹਨੂੰ ਕੱਢ ਦਿਓ। ਨਿਕੰਮੇ ਕੱਢੀ ਜਾਂਦੇ ਆ। ਇੱਦਾਂ ਕਈ ਵਾਰੀ ਹੋਇਆ ਕਿ ਮੁੱਢਲੇ ਗੇੜ 'ਚ ਜਿਹੜਾ ਬੰਦਾ ਜੇਤੂ ਹੋਵੇ, ਹੌਲੀ ਹੌਲੀ ਜਿਹੜੇ ਦੂਸਰੇ ਲੋਕ ਨੇ ਉਹ ਫਿਰ ਉਹਦੇ ਖਿਲਾਫ ਗੁੱਟਬੰਦੀ ਕਰਨ ਲੱਗ ਪੈਂਦੇ ਆ ਜੀ। ਹੁਣ ਇਸ ਵੇਲੇ ਤੱਕ ਬਾਕੀ ਸਾਰਾ ਤੋਂ ਅੱਗੇ ਆ। ਜਦੋਂ ਅਖੀਰ 'ਤੇ ਜਾ ਕੇ 3 ਰਹਿ ਗਏ, ਉੱਥੇ ਜਾ ਕੇ ਫਿਰ ਇਹ ਹੋਣਾ ਕਿ ਇਸ ਬੰਦੇ ਨੂੰ ਬਣਨ ਦੇਣਾ ਕਿ ਨਹੀਂ ਬਣ ਦੇਣਾ। ਇਹ ਵੀ ਹੋ ਸਕਦਾ ਕਿ ਉਹ ਬਾਕੀ ਦੇ ਸਾਰੇ ਜਣੇ ਇਹਦੇ ਖਿਲਾਫ ਕਿਸੇ ਹੋਰ ਦੇ ਪੱਖ ਵਿੱਚ ਇਕੱਠੇ ਹੋ ਜਾਣ ਕਿ ਆਪਾਂ ਬਣਨਾ ਤੇ ਬਣ ਜਾਈਏ। ਪਰ ਇਹ ਕਿਉਂਕਿ ਇੱਥੋਂ ਦਾ ਜੱਦੀ ਪੁਸ਼ਤੀ ਨਹੀਂ, ਇਹਦੇ ਮਾਂ-ਬਾਪ ਬਾਹਰੋਂ ਆਏ ਸੀ। ਜੇ ਭਾਰਤੀ ਲੋਕ ਇਸ ਗੱਲ 'ਤੇ ਖੁਸ਼ ਹੋ ਸਕਦੇ ਆ ਕਿ ਇਸ ਵੇਲੇ 4 ਜਾਂ 5 ਦੇਸ਼ਾਂ 'ਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਾਡੇ ਆ ਜੀ, ਪਰ ਜੇ ਸੋਨੀਆ ਗਾਂਧੀ ਦਾ ਸਵਾਲ ਆਵੇ ਤਾਂ ਕਹਿੰਦੇ ਵਿਦੇਸ਼ਣ ਹੈ। ਦੋਹਰੀ ਸੋਚ ਹੈਗੀ ਹੈ ਨਾ।
ਇਹੋ ਦੋਹਰੀ ਸੋਚ ਉੱਥੇ ਵੀ ਆ ਸਕਦੀ ਹੈ ਕਿ ਇਹ ਬੰਦਾ ਜਿਹੜਾ ਇਹ ਵਿਦੇਸ਼ੀ ਜਿਹੜੇ ਦੂਸਰੇ ਥਾਂ ਤੋਂ ਆਏ ਸੀਗੇ ਇਮੀਗ੍ਰੈਂਟਸ ਜਿਹੜੇ ਉਹਨਾਂ ਦਾ ਬੇਟਾ, ਇੱਦਾਂ ਦੀ ਗੱਲ ਆ ਸਕਦੀ ਹੈ। ਆ ਜਿਹੜਾ ਡੋਨਲਡ ਟਰੰਪ ਸੀ, ਇਹਨੇ 4 ਪਾਰਲੀਮੈਂਟ ਮੈਂਬਰ ਬੀਬੀਆਂ ਦੇ ਖਿਲਾਫ ਆਖਿਆ ਸੀ। ਇਹ ਬਾਹਰੋਂ ਆਈਆਂ ਇੱਥੇ ਆ ਕੇ ਪਾਰਲੀਮੈਂਟ ਮੈਂਬਰ ਬਣ ਗਈਆਂ, ਤੇ ਮਗਰੋਂ ਪਤਾ ਲੱਗਾ ਕਿ ਇਹਦੀ ਪਤਨੀ ਜਿਹੜੀ ਮਿਲੇਨੀਆ ਟਰੰਪ ਹੈ ਉਹ ਵੀ ਤਾਂ ਉੱਥੋਂ ਦੀ ਨਹੀਂ ਸੀ, ਉਹ ਵੀ ਬਾਹਰੋਂ ਆਏ ਸੀ। ਖੁਦ ਜਿਹੜਾ ਟਰੰਪ ਹੈ ਉਹ ਵੀ ਚੌਥੀ ਪੀੜ੍ਹੀ ਦੇ ਵਿੱਚ ਹੈ, ਇਹਦੇ ਮਾਂ-ਬਾਪ ਦਾਦਾ ਦਾਦੀ ਬਾਹਰੋਂ ਆਏ ਸਨ ਜੀ। ਇਸ ਕਰਕੇ ਇਹੋ ਜਿਹੀਆਂ ਗੱਲਾਂ ਕਈ ਵਾਰੀ ਇਸ ਤਰ੍ਹਾਂ ਦੀ ਗੁੱਟਬੰਦੀ ਹੋ ਜਾਂਦੀ ਹੈ। ਜੇ ਰਿਸ਼ੀ ਸੁਨਕ ਉੱਥੇ ਚੁਣਿਆ ਜਾਵੇ, ਭਾਰਤੀ ਮੂਲ ਦਾ, ਇਹਦੇ ਮਾਂ-ਬਾਪ ਇੱਥੋਂ ਗਏ ਨੇ, ਇਸ ਕਰਕੇ ਸਾਨੂੰ ਸਾਰਿਆਂ ਨੂੰ ਚੰਗਾ ਲੱਗ ਸਕਦਾ। ਪਰ ਇਹ ਸਮਝ ਲੈਣਾ ਕਿ ਹੁਣ ਕਿਉਂਕਿ ਸਾਰਿਆਂ ਤੋਂ ਅੱਗੇ ਚੱਲਦਾ ਪਿਆ ਤੇ ਇਸ ਕਰਕੇ ਇਹ ਹੀ ਬੰਦਾ ਚੁਣਿਆ ਜਾਵੇਗਾ, ਇੰਨੇ ਅਗੇਤੇ ਅੰਦਾਜ਼ੇ ਲਾਉਣੇ ਕੋ ਬਹੁਤ ਠੀਕ ਨਹੀਂ ਗੇ। ਉਡੀਕ ਕਰਨੀ ਚਾਹੀਦੀ ਹੈ, ਹੋ ਸਕਦਾ ਹੋਵੇ, ਪਰ ਇਹ ਵੀ ਹੋ ਸਕਦਾ ਕਿ ਨਾ ਹੋਵੇ। ਜੀ ਪਰਸਾ ਜੰਗਲਾਤ ਮਹਿਕਮੇ ਵਿੱਚ ਜਦੋਂ ਅਸੀਂ ਗਏ ਤੇ ਸਾਧੂ ਸਿੰਘ ਧਰਮਸੋਤ, ਉਹਨਾਂ ਦੀ ਚਲੋ ਗ੍ਰਿਫਤਾਰੀ ਹੋ ਗਈ ਹੈ, ਉਹਨਾਂ ਨੇ ਵੀ ਕਰੋੜਾਂ ਦਾ ਘਪਲਾ ਕੀਤਾ। ਪਿੱਛੇ ਤੁਰੇ ਆਉਂਦੇ ਸੀ ਸੰਗਤ ਸਿੰਘ ਗਿੱਲ ਦੀਆਂ, ਉਹ ਦਰਖਤ ਖਾ ਗਏ ਤੇ ਉਹ ਬਾੜ ਖਾ ਗਏ। ਹੁਣ ਉਹਦੇ ਭਤੀਜੇ ਨੂੰ ਗ੍ਰਿਫਤਾਰ ਕੀਤਾ ਤੇ ਆਪ ਤਾਂ ਰੂਪੋਸ਼ ਹੈ, ਵਿਜੀਲੈਂਸ ਛਾਪੇਮਾਰੀ ਕਰ ਰਹੀ ਹੈ। ਕਿਵੇਂ ਦੇਖਦੇ ਆ ਇਸ ਗ੍ਰਿਫਤਾਰੀ ਨੂੰ? ਮੈਂ ਜਿਹੜਾ ਭਤੀਜਾ ਉਹਦੇ ਕਹਿਣ ਤੇ ਸਾਰਾ ਕਾਰੋਬਾਰ ਸੰਭਾਲਦਾ ਰਿਹਾ, ਜਦੋਂ ਉਹ ਪੁਲਿਸ ਦੇ ਹੱਥ ਆ ਗਿਆ ਤੇ ਬਾਕੀ ਦਾ ਕੰਮ ਪੁਲਿਸ ਉਹ ਤੋਂ ਪੁੱਛ ਲੂ ਕਿ ਚਾਚਾ ਕਿੱਥੇ, ਹੀ ਦੱਸ ਦੇ। ਚਾਚਾ ਕਿਤੇ ਗਵਾਚਿਆ ਤਾਂ ਨਹੀਂ ਗਾ ਜੀ, ਇੱਥੇ ਹੀ ਫਿਰਦਾ। ਭਤੀਜੇ ਨੂੰ ਪਤਾ ਹੋਊ, ਸਲਾਹ ਕੀਤੀ ਹੋਊ ਕਿ ਤੂੰ ਇੱਧਰ ਲੁਕ ਜਾ, ਮੈਂ ਉੱਧਰ ਲੁਕ ਜਾਂਦਾ। ਉਹ ਚੰਡੀਗੜ੍ਹ ਦੇ 37 ਸੈਕਟਰ 'ਚੋਂ ਕੱਲ੍ਹ ਫੜਿਆ ਗਿਆ। ਹੁਣ ਕਈ ਲੋਕ ਇਹ ਕਹਿੰਦੇ ਆ ਕਿ ਮੰਤਰੀ ਤਾਂ ਸੀਗਾ ਚਾਚਾ, ਤੈਨੂੰ ਭਤੀਜੇ ਨੂੰ ਕਿਉਂ ਫੜਿਆ ਗਿਆ? ਵੈਸੇ ਇਹ ਵੀ ਨਹੀਂ ਪਤਾ ਇਹ ਚਾਚਾ ਭਤੀਜਾ ਕਿ ਕੀ ਆ। ਕਈ ਲੋਕੀ ਸਾਲੀ ਦਾ ਪੁੱਤ ਹੋਵੇ, ਸਾਲੇ ਦਾ ਪੁੱਤ ਹੋਵੇ, ਉਹਨੂੰ ਭਤੀਜਾ ਲਿਖੀ ਜਾਂਦੇ ਆ। ਕਈ ਲੋਕ ਅੱਜ ਕੱਲ੍ਹ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਪਤਾ ਤਾਂ ਲੱਗਦਾ ਨਹੀਂ ਗਾ ਰਿਸ਼ਤਿਆਂ ਦਾ। ਇੱਥੇ ਇੱਦਾਂ ਦੇ ਮੈਂ ਇੱਕ ਦਿਨ ਇਸੇ ਪ੍ਰੋਗਰਾਮ 'ਚ ਦੱਸਿਆ, ਫੋਕਸ ਪ੍ਰੋਗਰਾਮ 'ਚ ਦੱਸਿਆ ਸੀ ਕਿ ਜਲੰਧਰ ਦੇ ਇੱਕ ਸਕੂਲ 'ਚ ਉਹਨਾਂ ਨੇ ਬੱਚਿਆਂ ਤੋਂ ਪੰਜਾਬੀ ਦਾ ਪੇਪਰ ਲਿਆ ਤੇ ਉਹਨਾਂ ਆਖਿਆ ਸ਼ਦਾਈ, ਇਹਦੇ ਤੁਸੀਂ ਜੀ ਜੈਂਡਰ ਚੇਂਜ ਕਰੋ, ਲਿੰਗ ਚੇਂਜ ਕਰੋ। ਕਹਿੰਦੇ ਸ਼ਦੈਣ। ਤੇ ਉਹਨਾਂ ਆਖਿਆ ਭਾਈ, ਭੈਣ। ਤੀਜਾ ਲਿਖਿਆ ਸੀ ਜਵਾਈ, ਤੇ ਬੱਚੇ ਨੂੰ ਪਤਾ ਨਹੀਂ, ਉਹਨੇ ਆਖਿਆ ਇਹੋ ਉਹਨਾਂ ਨੇ ਲਿਖਤਾ ਜਵੈਣ। ਹੁਣ ਇੱਥੇ ਜਿਹੜੀ ਨਵੀਂ ਪੀੜ੍ਹੀ ਵਾਲੇ ਬੱਚੇ, ਉਹਨਾਂ ਨੂੰ ਪਤਾ ਹੀ ਕੱਖ ਨਹੀਂ। ਉਹ ਸਾਲੇ ਦੇ ਪੁੱਤ ਨੂੰ ਵੀ ਕਈ ਵਾਰੀ ਭਾਣਜਾ ਹੋਵੇ, ਉਹਨੂੰ ਵੀ ਭਤੀਜਾ ਹੀ ਲਿਖੀ ਜਾਂਦੇ ਆ। ਅਜੇ ਬਾਅਦ 'ਚ ਪਤਾ ਲੱਗੂ ਕਿ ਅਸਲ 'ਚ ਲੱਗਦਾ ਕੀ ਆ। ਪਰ ਕੰਮ ਦੀ ਗੱਲ ਇਹ ਆ ਕਿ ਇਹਨਾਂ ਸਾਰਿਆਂ ਨੇ ਹੀ ਆਪਣੇ ਨਾਲ 1-2 ਇੱਦਾਂ ਦੇ ਰਿਸ਼ਤੇਦਾਰ ਰੱਖੇ ਹੁੰਦੇ ਆ ਜਿਹੜੇ ਸਾਰਾ ਹੈਗਾ ਜਿਹੜਾ ਕਾਰ-ਵਿਹਾਰ ਉਹ ਸੰਭਾਲਦੇ ਆ ਜੀ। ਅਸੀਂ ਬਹੁਤ ਸਾਰੇ ਲੀਡਰਾਂ ਨੂੰ ਵੇਖਿਆ, ਉਹ ਆਪਣੀ ਰਿਸ਼ਤੇਦਾਰੀ 'ਚੋਂ ਇੱਕ ਅੱਧਾ ਬੰਦਾ ਬਹੁਤ ਭਰੋਸੇ ਵਾਲਾ ਰੱਖਦੇ ਆ, ਲੈਣ ਦੇਣ ਵੀ ਉਹਦੇ ਰਾਹੀਂ ਕਰਦੇ ਆ। ਜੇ ਕਦੇ ਫੜੋ ਫੜਾਈ ਵੀ ਹੋਵੇ ਤੇ ਕਈ ਵਾਰੀ ਉਹਨੂੰ ਅੱਗੇ ਗ੍ਰਿਫਤਾਰ ਕਰਵਾ ਦਿੰਦੇ ਆ ਤੇ ਆਪ ਬਾਅਦ 'ਚ ਪਿੱਛੋਂ ਪੈਰਵਾਈ ਕਰਦੇ ਆ ਤੇ ਕਹਿੰਦੇ ਜੀ ਕਸੂਰ ਤਾਂ ਸਾਰਾ ਇਹਦਾ ਹੀ ਸੀ, ਤੇ ਅਫਸਰਾਂ ਨੂੰ ਆਖੀ ਜਾਂਦੇ ਆ ਕਿ ਤੁਸੀਂ ਕਾਗਜ਼ਾਂ 'ਚ ਵਾਧਾ ਘਾਟਾ ਕਰ ਦਿਓ, ਮੁੰਡੇ ਨੂੰ ਬਚਾ ਲਿਓ। ਹੁਣ ਇੱਥੇ ਕੀ ਕਹਾਣੀ ਮੈਨੂੰ ਨਹੀਂ ਪਤਾ, ਪਰ ਜਿਹੜੀਆਂ ਠੇਕੇਦਾਰਾਂ ਦੀਆਂ ਡੈਰੀਆਂ ਫੜੀਆਂ ਗਈਆਂ, ਉਹ ਡੈਰੀਆਂ 'ਚੋਂ ਕਹਿੰਦੇ ਇਹ ਨਿਕਲਿਆ ਕਿ ਇਹ ਜਿੰਨਾ ਕਾਰੋਬਾਰ ਕਰਦਾ ਸੀ ਸੰਗਤ ਸੋ ਗਿਲਜੀਆਂ, ਜਿੱਦਾਂ ਇਹਨੇ ਖਾਸ ਤੌਰ 'ਤੇ ਜਿਹੜਾ ਜੰਗਲ ਖਤਮ ਹੁੰਦੇ ਕਹਿ ਕੇ ਤੇ ਨਵੇਂ ਬੂਟੇ ਲਵਾਏ ਤੇ ਲੱਖਾਂ ਦੀ ਗਿਣਤੀ 'ਚ ਲਵਾਏ। ਇੱਕ ਬੂਟਾ ਉਹਦੇ ਨਾਲ ਜਿਹੜੇ ਜੰਗਲੇ ਲਾਉਣੇ ਸੀ, ਜਿਹਨੂੰ ਟਰੀ ਗਾਰਡ ਕਹਿੰਦੇ ਆ ਕਿ ਪਸ਼ੂ ਇਹ ਬੂਟਾ ਨਾ ਖਾ ਜਾਣ, ਉਹ 2800 ਰੁਪਏ ਦੇ ਲੈ ਗਏ ਤੇ ਇੱਕੋ ਦੁਕਾਨ ਤੋਂ ਲੈ ਕਹਿੰਦੇ 800 ਰੁਪਏ ਦਾ ਜੰਗਲਾ ਸੀ ਜਿਹੜਾ 2800 ਦਾ ਲਿਆ ਗਿਆ। ਇਹਦਾ ਮਤਲਬ 2000 ਰੁਪਇਆ ਇੱਕ ਜੰਗਲੇ 'ਚੋਂ ਬਚਿਆ। ਤੇ ਜੇ 100 ਜੰਗਲੇ ਲਏ ਹੋਣ ਤੇ 2 ਲੱਖ ਹੋ ਗਿਆ, ਤੇ ਜੇ 1000 ਜੰਗਲੇ ਲਏ ਹੋਣ ਤੇ 20 ਲੱਖ ਹੋ ਗਿਆ, ਤੇ ਜੇ 1 ਲੱਖ ਜੰਗਲੇ ਲਏ ਹੋਏ ਤੇ ਸਿੱਧਾ ਹੀ 20 ਕਰੋੜ ਬਣ ਜਾਂਦਾ। ਇੰਨੀ ਮੋਟੀ ਕਮਾਈ ਆ। ਇਹ ਹੁਣ ਸਾਰਾ ਕੁਝ ਕਰਨ ਕਰਾਉਣ ਵਾਸਤੇ ਭਤੀਜੇ ਨੂੰ ਰੱਖਿਆ ਸੀ। ਇਹ ਵੀ ਪਤਾ ਲੱਗਾ ਕਿ ਕਿਹੜੇ ਅਫਸਰ ਦੀ ਕਿੱਥੇ ਬਦਲੀ ਕਰਨੀ ਆ ਤੇ ਉਸ ਬਦਲੀ ਦਾ ਸਗਨ ਕਿੰਨਾ ਲੈਣਾ ਉਹਦੇ ਤੋਂ। ਇਹ ਸਾਰਾ ਕੰਮ ਇਹ ਭਤੀਜਾ ਸੰਭਾਲਦਾ ਸੀ। ਉਹ ਜਿਹੜਾ ਭਤੀਜਾ ਸੰਭਾਲਦਾ ਸੀ, ਉਹ ਹੁਣ ਜਦੋਂ ਪੁਲਿਸ ਦੇ ਹੱਥ ਆ ਗਿਆ ਤੇ ਅੱਗੋਂ ਭਤੀਜਾ ਫਿਰ ਇਹ ਗੱਲ ਦੱਸੇਗਾ ਕਿ ਕਿੱਥੇ ਕਿੱਥੇ ਕੀ ਕੁਝ ਹੁੰਦਾ ਰਿਹਾ ਤੇ ਕਿੰਨੇ ਵਾਰ ਇੱਥੇ ਬੜੇ ਲੋਕ ਆ। ਮੇਰੇ ਕੋਲ ਬੰਦੇ ਕੋਲ ਵੀ ਕਿਸੇ ਕੋਲ ਸਾਡੇ ਕੋਲ 50-60 ਹਜ਼ਾਰ ਵੀ ਆ ਜਾਣ ਤੇ ਜੇਬ 'ਚ ਪਾ ਕੇ ਤੁਰਨ ਲੱਗਿਆ, ਸੋਚਦੇ ਆ ਕਿ ਜੇ ਉੱਥੇ ਕਿਤੇ ਪੁਲਿਸ ਵਾਲਾ ਰੋਕ ਕੇ ਪੁੱਛ ਲਿਆ ਤੇ ਇਹ ਪੁੱਛਣ ਵੀ ਇਹ 50,000 ਰੁਪਏ ਤੇਰੇ ਕੋਲ ਕਿੱਥੋਂ ਆਏ ਤੇ ਦੱਸਾਂਗੇ ਕੀ, ਇਹ ਔਖਾ। ਇਹ ਲੋਕ ਕਰੋੜਾਂ ਰੁਪਇਆ ਇੱਧਰੋਂ ਇੱਧਰ ਖੱਬੇ ਸੱਜੇ ਕਰ ਜਾਂਦੇ ਆ। ਇਹ ਤਾਂ ਅਜੇ ਕਰੋੜਾਂ ਤੱਕ ਕਰਦੇ ਹੋਣਗੇ। ਸੰਗਤ ਸੋ ਗਿਲਜੀਆਂ ਨੂੰ ਤਾਂ ਬਿਲਕੁਲ ਜਦੋਂ ਸਰਕਾਰ ਟੁੱਟਣ ਲੱਗੀ ਸੀ, ਅਖੀਰਲੇ 3-4 ਮਹੀਨੇ ਮਿਲੇ ਤੇ ਉਹ ਲੇਟ ਕਵਰ ਕਰਨ ਵਾਸਤੇ ਫਿਰ ਉਹ ਜਿੱਦਾਂ ਪਿੰਡ ਲਾਗੇ ਜਾ ਕੇ ਗਰੀਬ ਬੰਦਾ ਜੁੱਤੀ ਲਾ ਕੇ ਦੌੜਿਆ ਸੀ, ਉਸੇ ਤਰ੍ਹਾਂ ਇਹਨੇ ਭਾਜੜ ਪਾਈ ਤੇ ਬਹੁਤ ਮੋਟੀ ਕਮਾਈ ਕਰਨ ਤੁਰ ਪਿਆ, ਫਸ ਗਿਆ। ਪਰ ਜਿਹੜੇ ਅਸੀਂ ਇਹ ਕਹਿੰਦੇ ਆ ਕਿ ਬਿਜਲੀ ਕੰਪਨੀਆਂ ਨਾਲ ਸੌਦਾ ਕਰਾਉਣ ਲੱਗਿਆ, ਉਹ 'ਚੋਂ 300 ਕਰੋੜ ਖਾ ਗਏ। ਇੱਥੇ ਤੇ ਲੱਖ ਰੁਪਇਆ ਵੀ ਲੁਕਾਉਣਾ ਔਖਾ ਹੁੰਦਾ। 300 ਕਰੋੜ ਕਿੱਦਾਂ ਲੁਕਾ ਜਾਂਦੇ ਆ।
ਇਹਨਾਂ ਦੇ ਹਾਜ਼ਮੇ ਕਿੱਦਾਂ ਦੇ ਆ ਕਿ ਐਡੀਆਂ ਮੋਟੀਆਂ ਰਕਮਾਂ ਹਾਜ਼ਮ ਕਰ ਜਾਂਦੇ ਆ। ਉਹਦੇ 'ਚ ਹੁਣ ਭਤੀਜਾ ਉਹਦਾ ਫਸ ਗਿਆ। ਮੇਰਾ ਖਿਆਲ ਹੈ ਕਿ ਗੱਲ ਚੱਲਦਿਆਂ ਸੰਗਤ ਸਿੰਘ ਗਿਲਜੀਆਂ ਦੀ ਆਪਣੀ ਗ੍ਰਿਫਤਾਰੀ ਤੱਕ ਚਲੀ ਜਾਣੀ ਆ, ਕਿਉਂਕਿ ਭਤੀਜੇ ਦੇ ਟੈਲੀਫੋਨਾਂ 'ਚ ਤੇ ਹੋਰ ਗੱਲਾਂ ਤੋਂ ਕੋਈ ਨਾ ਕੋਈ ਰਾਹ ਨਿਕਲਣਾ। ਉਹਨੇ ਅਗੇਤੀ ਜ਼ਮਾਨਤ ਵਾਸਤੇ ਅਪਲਾਈ ਕੀਤਾ ਸੀ ਹਾਈ ਕੋਰਟ 'ਚ। ਹਾਈ ਕੋਰਟ ਨੇ ਆਖਿਆ ਹੇਠਲੀ ਅਦਾਲਤ ਵਿੱਚ ਜਾ। ਹੇਠਲੀ ਅਦਾਲਤ ਵਿੱਚ ਗਿਆ, ਉੱਥੋਂ ਵੀ ਜ਼ਮਾਨਤ ਰੱਦ ਹੋ ਗਈ ਹੈ। ਹੁਣ ਫਿਰ ਉੱਪਰਲੀ ਕੋਰਟ, ਫਿਰ ਸੁਪਰੀਮ ਕੋਰਟ ਤੱਕ ਪਤਾ ਨਹੀਂ ਕਿੱਥੇ ਭੱਜੂਗਾ। ਜੇ ਉਹਨੇ ਚਿਰ ਨੂੰ ਕਿਤੇ ਪੁਲਿਸ ਦੇ ਹੱਥ ਆ ਗਿਆ, ਫਿਰ ਸਾਰੀ ਭਾਜੜ ਜਿਹੜੀ ਉਹਨੂੰ ਬ੍ਰੇਕਾਂ ਲੱਗ ਜਾਣਗੀਆਂ। ਪੰਜ ਸਾਹਿਬ ਇੱਕ ਗੱਲ ਹੋਰ ਸਮਝਾਇਓ, ਨਾਲ ਹੀ ਕਰ ਲੈਂਦੇ ਆ। ਸਾਧੂ ਸਿੰਘ ਧਰਮਸੋਤ ਦਾ ਮੈਂ ਜ਼ਿਕਰ ਕੀਤਾ ਹੈ, ਵਜੀਫਾ ਘਪਲੇ ਦੇ ਵਿੱਚ ਨਾਮ ਆਇਆ। ਪਹਿਲਾਂ ਕਹਿੰਦੇ ਕਿ 20 ਕਰੋੜ ਦਾ ਗੱਲ 400 ਕਰੋੜ ਤੱਕ ਵੀ ਗਈ ਸੀ, ਬੈਕ ਮਾਰ ਗਿਆ। ਹੁਣ ਜੇਕਰ ਗੱਲ ਕਰੀਏ, ਮਾਹਰ ਕਹਿੰਦੇ ਆ ਕਿ ਇਸ ਮਾਮਲੇ ਦੇ ਵਿੱਚ ਜਾਂਚ ਕਰਨਾ ਕੰਮ ਸੌਖਾ ਨਹੀਂ, ਭਾਵੇਂ ਮੁੱਖ ਮੰਤਰੀ ਹੁਣੀ ਹੁਕਮ ਦਿੱਤੇ ਆ। ਤੁਸੀਂ ਕਿਵੇਂ ਦੇਖਦੇ ਆ? ਦੇਖੋ, ਜਿਹੜੇ ਕੱਲ੍ਹ ਹੁਕਮ ਦਿੱਤੇ ਆ ਮੁੱਖ ਮੰਤਰੀ ਨੇ ਕਿ ਇਹ ਵਜੀਫਾ ਘੁਟਾਲੇ ਦੀ ਸਾਰੀ ਜਾਂਚ ਕੀਤੀ ਜਾਵੇ, ਹੁਕਮ ਆਪਣੀ ਥਾਂ ਤੇ ਠੀਕ ਨੇ, ਨੀਤ ਠੀਕ ਹੈ, ਨੀਤੀ ਵੀ ਠੀਕ ਹੋ ਸਕਦੀ ਹੈ ਜੀ, ਪਰ ਸਿਰੇ ਚੜ੍ਹਨੀ ਸੌਖੀ ਬਿਲਕੁਲ ਨਹੀਂ। ਉਹਦਾ ਕਾਰਨ ਕੀ ਹੈ? ਜੇ 2 4 10 ਹੋਣ, 40 ਵੀ ਹੋਣ, ਤੇ ਇਹਨਾਂ ਬੰਦਿਆਂ ਤੋਂ ਕੋਈ ਫੜ ਲੂ। ਜਿੱਥੇ 4000 ਬੰਦਾ ਪੰਜਾਬ ਦੇ ਵਿੱਚ ਇਸ ਇੱਕੋ ਵਜੀਫਾ ਸਕੈਂਡਲ ਨਾਲ ਜੁੜਿਆ ਹੋਵੇ, ਕੀ ਕਰੂ ਜੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆ ਕੇ ਇਹਦੀ ਪੜਤਾਲ ਕਰਾਉਣੀ ਸ਼ੁਰੂ ਕੀਤੀ ਸੀ। ਉਹਨੇ ਆਖਿਆ ਸੀ 2010-11 ਤੋਂ ਲੈ ਕੇ ਤੇ 2017 ਤੱਕ ਜੋ ਕੁਝ ਹੈ ਪੜਤਾਲ ਕਰਾਓ। ਅਜੇ ਸ਼ੁਰੂਆਤ ਹੀ ਕੀਤੀ, ਪੰਜਾਬ 'ਚ ਰੌਲਾ ਪੈ ਗਿਆ। ਕਿਉਂਕਿ ਪੰਜਾਬ 'ਚ ਜਿੰਨੇ ਵਿਦਿਅਕ ਅਦਾਰੇ ਪ੍ਰਾਈਵੇਟ ਚੱਲਦੇ ਆ, ਉਹਨਾਂ ਪ੍ਰਾਈਵੇਟ ਅਦਾਰਿਆਂ 'ਚੋਂ 80% ਤੋਂ ਵੱਧ ਉਹ ਆ ਜਿਨ੍ਹਾਂ ਨੇ ਵਿਦਿਆਰਥੀਆਂ ਦੇ ਵਜੀਫਿਆਂ 'ਚ ਬਹੁਤ ਮੋਟੇ ਘਪਲੇ ਕੀਤੇ ਆ। ਪੰਜਾਬ ਦੇ ਇੱਕ ਪ੍ਰਾਈਵੇਟ ਕਾਲਜ ਕਿਸੇ ਧਾਰਮਿਕ ਸੰਸਥਾ ਨਾਲ ਜੁੜਿਆ, ਉੱਥੇ ਤਾਂ ਇਹ ਹੈ ਕਿ ਬਗੈਰ ਦਿੱਤੀਆਂ ਤਨਖਾਹਾਂ ਤੋਂ ਪ੍ਰਿੰਸੀਪਲ ਨੇ ਲਿਖ ਕੇ ਮੈਨੇਜਮੈਂਟ ਨੂੰ ਘੱਲਤਾ ਕਿ ਅਸੀਂ ਤਨਖਾਹਾਂ ਦਿੱਤੀਆਂ, ਪੂਰੀਆਂ ਤਨਖਾਹਾਂ ਦਿੱਤੇ ਬਗੈਰ। ਇੱਕ ਹੋਰ ਪ੍ਰਾਈਵੇਟ ਕਾਲਜ ਇਹੋ ਜਿਹਾ ਜਿਹੜਾ ਕੁੜੀਆਂ ਦਾ ਕਾਲਜ ਆ, ਤੇ ਮੈਨੂੰ ਇਹ ਦੱਸਿਆ ਗਿਆ ਕਿ ਯੂਨੀਵਰਸਿਟੀ ਗਾਈਡਲਾਈਨਸ ਦੇ ਮੁਤਾਬਕ ਕੁੜੀਆਂ ਦੇ ਕਾਲਜ ਵਿੱਚ ਮੇਲ ਆਦਮੀ ਜਿਹੜਾ ਉਹਨੂੰ ਪ੍ਰਿੰਸੀਪਲ ਨਹੀਂ ਲਿਆ ਜਾ ਸਕਦਾ, ਤੇ ਪ੍ਰਿੰਸੀਪਲ ਲਾ ਦਿੱਤਾ ਗਿਆ। ਤੇ ਕਮਾਲ ਦੀ ਗੱਲ ਇਹ ਆ ਕਿ ਪ੍ਰਿੰਸੀਪਲ ਲੱਗਣ ਵਾਸਤੇ ਉਹਦਾ ਪ੍ਰੋਫੈਸਰ ਕਨਫਰਮ ਹੋਣਾ ਜ਼ਰੂਰੀ ਹੈ। ਉਹ ਪ੍ਰੋਫੈਸਰ ਛੱਡੋ, ਅਜੇ ਤੱਕ ਅਸਿਸਟੈਂਟ ਐਸੋਸੀਏਟ ਪ੍ਰੋਫੈਸਰ ਵੀ ਕਦੇ ਨਹੀਂ ਬਣਿਆ, ਉਹਨੂੰ ਕਿਸੇ ਨੇ ਮਨਜ਼ੂਰੀ ਨਹੀਂ ਦਿੱਤੀ। ਇੱਥੇ ਪੰਜਾਬ ਦੇ ਵਿੱਚ ਇਸ ਵੇਲੇ 60 ਤੋਂ ਵੱਧ ਇਹੋ ਜਿਹੇ ਕਾਲਜ ਨੇ ਜਿੱਥੇ ਉਹ ਲੱਗੇ ਆ ਪ੍ਰਿੰਸੀਪਲ ਜਿਹੜੇ ਇਨਐਲੀਜੀਬਲ ਨੇ, ਜਿਹੜੇ ਕੋਈ ਪ੍ਰੋਫੈਸਰ ਨਹੀਂ ਬਣਿਆ, ਕੋਈ ਐਸੋਸੀਏਟ ਪ੍ਰੋਫੈਸਰ ਨਹੀਂ ਬਣਿਆ, ਉਹਨਾਂ ਨੂੰ ਚੁੱਕ ਕੇ ਲਾਇਆ ਗਿਆ। ਮੈਨੇਜਮੈਂਟਾਂ ਮਰਜ਼ੀ ਕਰ ਰਹੀਆਂ ਨੇ। ਹਦਾਇਤਾਂ ਨੇ ਕਿ ਮੈਨੇਜਮੈਂਟ ਦੀ ਮੀਟਿੰਗ 'ਚ ਸਰਕਾਰ ਦਾ ਨੁਮਾਇੰਦਾ ਸੱਦਿਆ ਜਾਓ, ਸੱਦਣਾ ਇੱਕ ਪਾਸੇ ਰਿਹਾ, ਉਹ ਦੱਸਣ ਨੂੰ ਤਿਆਰ ਨਹੀਂ। ਉਹ ਕਹਿੰਦੇ ਅਸੀਂ ਆਪੇ ਕਰਾਂਗੇ। ਇਹ ਸਭ ਕੁਝ ਹੋਈ ਜਾ ਰਿਹਾ। ਇਹਨਾਂ ਸਾਰੇ ਅਦਾਰਿਆਂ 'ਚ ਜਿੰਨੇ ਵੱਡੇ ਪੱਧਰ ਦੇ ਉੱਤੇ ਕਾਲੇ ਮਾਲੇ ਹੋ ਰਹੇ ਆ, ਜੇ ਕਦੇ ਫੁੱਲਣਾ ਸ਼ੁਰੂ ਹੋ ਜਾਵੇ ਤੇ ਬੜੀ ਦੂਰ ਤੱਕ ਗੱਲ ਚੱਲ ਜਾਏਗੀ। ਹੁਣ ਉਹ ਇੰਨੇ ਜਾਣੇ ਜਿਹੜੇ ਨੇ, ਜਦੋਂ ਆਪ ਸਾਰੇ ਕਰਦੇ ਕਰਾਉਂਦੇ ਪਏ ਆ, ਤੇ ਮੰਤਰੀ ਤੇ ਗੱਲ ਆਈ, ਮੰਤਰੀ ਤੋਂ ਦੂਜਿਆਂ ਤੇ ਆਊਗੀ, ਦੂਜਿਆਂ ਤੋਂ 10 ਹੋਰਨਾਂ ਤੇ ਆਊਗੀ, ਉਹਨਾਂ 10 ਤੋਂ 100 ਤੱਕ ਜਾਊਗੀ, ਪਤਾ ਨਹੀਂ ਕਿੱਥੋਂ ਤੱਕ ਜਾਵੇ। ਇਹ ਖਲਾਰਾ ਇਸ ਹੱਦ ਤੱਕ ਇੰਨਾ ਵੱਡਾ ਪੈ ਜਾਣਾ ਕਿ ਮੁੜ ਕੇ ਸਮੇਟਿਆ ਨਹੀਂ ਜਾ ਸਕਣਾ। ਪਿਛਲੇ ਸਮਿਆਂ 'ਚ ਕੀ ਹੁੰਦਾ ਰਿਹਾ, ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਜਿਹੜੀ ਪੜਤਾਲ ਚੱਲਣੀ ਸ਼ੁਰੂ ਹੋਈ, ਉਹ ਰੁਕ ਕਿਉਂ ਗਈ? ਵੱਡੇ ਅਦਾਰੇ ਜਿਹੜੇ ਸਨ, ਉਹਨਾਂ ਨੇ ਜਾ ਕੇ ਉਸ ਸਰਕਾਰ ਤੱਕ ਪਹੁੰਚ ਕੀਤੀ ਕਿ ਖਲਾਰਾ ਪੈ ਗਿਆ ਤੇ ਅਸੀਂ ਸਾਰੇ, ਫਿਰ ਤੁਸੀਂ ਵੇਖ ਲਓ, ਜੇ ਪੰਜਾਬ 'ਚ ਅਦਾਰੇ ਬੰਦ ਹੀ ਕਰਨੇ ਤੇ ਕਰ ਦਿਓ ਜੀ। ਅੱਛਾ, ਉਹਦੇ ਬਾਅਦ ਕੁਝ ਲੋਕ ਤੇ ਕਹਿੰਦੇ ਆ ਕਿ ਇਹਨਾਂ ਦਾ ਪ੍ਰੈਸ਼ਰ ਸੀ, ਤੇ ਉਸ ਪ੍ਰੈਸ਼ਰ ਥੱਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਾਰੀ ਪੜਤਾਲ ਠੱਪਤੀ ਸੀ। ਤੇ ਕੁਝ ਲੋਕ ਕਹਿੰਦੇ ਜੀ ਇਹਨਾਂ ਦਾ ਪ੍ਰੈਸ਼ਰ ਕੋਈ ਨਹੀਂ ਸੀ। ਬਿਲਕੁਲ ਅਸਲ ਗੱਲ ਇਹ ਆ, ਸਰਕਾਰ ਉਹ ਬੜੀ ਸਖਤ ਸੀ ਔਰ ਕਿਸੇ ਵੀ ਤਰੀਕੇ ਇਹਨਾਂ ਦਾ ਰਗੜਾ ਕੱਢਣ ਨੂੰ ਤਿਆਰ ਬੈਠੀ ਸੀ, ਜਾਂ ਘੱਟੋ ਘੱਟ ਇਹ ਕਿ ਰਗੜਾ ਕੱਢਣ ਦਾ ਡਰਾਵਾ ਪੂਰਾ ਦੇ ਰਹੀ ਸੀ। ਤੇ ਮੁੜ ਕੇ ਪਰਦੇ ਪਿੱਛੇ ਸਮਝੌਤਾ ਹੋਇਆ। ਤੇ ਜਿਹੜੇ ਲੋਕ ਕਿਸੇ ਗੱਲ ਤੇ ਨਹੀਂ ਮੰਨਦੇ, ਉਹ ਫਾਦਰ ਆਫ ਦਾ ਨੇਸ਼ਨ ਤੇ ਮਹਾਤਮਾ ਗਾਂਧੀ ਨੂੰ ਮੰਨਦੇ ਆ ਨਾ ਜੀ। ਉਹਦੀ ਫੋਟੋ ਵਾਲੇ ਜਦੋਂ ਨੋਟ ਜਦੋਂ ਦਿਸ ਪੈਂਦੇ ਆ, ਉੱਥੇ ਕਈ ਕਿਸਮ ਦੀਆਂ ਪੜਤਾਲਾਂ ਠੱਪ ਹੋ ਜਾਂਦੀਆਂ। ਔਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਕਿਹਨਾਂ ਕੀਤਾ, ਕਿਹਨੇ ਨਹੀਂ ਕੀਤਾ, ਇਹ ਤਾਂ ਪਤਾ ਨਹੀਂ। ਪਰ ਇਹ ਗੱਲ ਪੱਕੀ ਆ ਕਿ ਉਦੋਂ ਵੀ ਇੱਕ ਪੜਤਾਲ ਚੱਲੀ ਸੀ। ਪੜਤਾਲ ਹੋਣ ਤੋਂ ਬਾਅਦ ਮੁੜ ਕੇ ਅਚਾਨਕ ਰੋਕ ਦਿੱਤੀ ਗਈ ਤੇ ਫਿਰ ਪਤਾ ਨਹੀਂ ਲੱਗਣ ਦਿੱਤਾ ਗਿਆ। ਹੁਣ ਸਾਧੂ ਸਿੰਘ ਧਰਮਸੋਤ ਵਾਲੇ ਮਾਮਲੇ ਦੇ ਵਿੱਚ ਵੀ ਮੈਂ ਅੱਗੇ ਵੀ ਇੱਕ ਵਾਰੀ ਆਖਿਆ ਸੀਗਾ ਕਿ IAS ਅਫਸਰ ਦੀ ਰਿਪੋਰਟ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਨਾ ਰਿਪੋਰਟ ਪੜ੍ਹੀ, ਨਾ ਕਿਸੇ ਮੀਟਿੰਗ ਵਿੱਚ ਰੱਖੀ, ਨਾ ਉਹਨੂੰ ਪ੍ਰਵਾਨ ਕੀਤਾ, ਨਾ ਉਹਨੂੰ ਰੱਦ ਕੀਤਾ। ਉਹਨੇ ਸਮਝਿਆ ਕਿ ਬਾਜ਼ਾਰ ਗਏ ਸਾਂ, ਉੱਥੋਂ ਸਮਾਨ ਲਿਆ ਤੇ ਉਹਦੇ ਨਾਲ 2-3 ਪੰਫਲੇਟ ਕਿਸੇ ਨੇ ਪਾਤੇ ਆ, ਤੇ ਉਹ ਪੰਫਲੇਟ ਜਿੱਥੇ ਮਰਜ਼ੀ ਡਸਟਬਿਨ 'ਚ ਸੁੱਟ ਦਿਓ, ਉਹ ਸੁੱਟ ਕੇ ਰਾਹ ਪਿਆ। ਪਰ ਉਹ ਸੁੱਟ ਕੇ ਰਾਹ ਪਿਆ, ਨਵੀਂ ਸਰਕਾਰ ਆਈ ਨਹੀਂ, ਉਹ ਚੁੱਕ ਲਿਆ ਜੀ। ਹੁਣ ਉਹ IAS ਅਫਸਰ ਦੀ ਰਿਪੋਰਟ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਦੀ ਹੈ, ਸਾਧੂ ਸਿੰਘ ਧਰਮਸੋਤ ਦੇ ਖਿਲਾਫ ਹੈ, ਉਹ ਰਿਪੋਰਟ ਕੱਲੀ ਸਾਧੂ ਸਿੰਘ ਧਰਮਸੋਤ ਨੂੰ ਬਹੁਤ ਫਸਾਉਣ ਵਾਲੀ ਆ
ਕਿਉਂਕਿ ਉਹ ਇਹ ਨਹੀਂ ਕਹਿ ਸਕਦੇ ਹੁਣ ਕਾਂਗਰਸੀ ਕਿ ਸਾਡੇ ਬੰਦੇ ਦੇ ਖਿਲਾਫ ਸਿਆਸੀ ਬਦਲਾਖੋਰੀ ਹੋ ਰਹੀ ਹੈ। ਜੇ ਸਿਆਸੀ ਬਦਲਾਖੋਰੀ ਹੋ ਰਹੀ ਹੈ ਤੇ ਜਦੋਂ ਇਹ ਆਪ ਮੰਤਰੀ ਸੀ, ਇਹਦੀ ਆਪਣੀ ਸਰਕਾਰ, ਮੁੱਖ ਮੰਤਰੀ ਦਾ ਚਹੇਤਾ ਸੀ ਅਮਰਿੰਦਰ ਸਿੰਘ ਦਾ, ਉਹਦੇ ਵਕਤ ਦੇ ਖਿਲਾਫ ਰਿਪੋਰਟ ਕਿਉਂ ਬਣ ਗਈ? ਇਸ ਗੱਲ ਦਾ ਕਰਕੇ ਸਾਧੂ ਸਿੰਘ ਧਰਮਸੋਤ ਉਹਦੇ 'ਚ ਬਹੁਤ ਕਸੂਤਾ ਫਸ ਜਾਂਦਾ, ਪਰ ਉਹ ਫਸਦਾ, ਉਹਦੇ ਖਿਲਾਫ ਸਬੂਤ ਵੀ ਉੱਥੇ ਲੱਭਦੇ ਪਏ ਨੇ, ਉਹਨਾਂ ਰਿਪੋਰਟਾਂ 'ਚੋਂ ਲੱਭਦੇ ਨੇ। ਉਹਦੇ ਤੋਂ ਬਾਅਦ ਆ ਜਿੰਨੇ ਪੰਜਾਬ ਦੇ ਵਿਦਿਅਕ ਅਦਾਰੇ ਆ, ਇਹ ਮਤਲਬ ਕੋਈ ਇੱਥੋਂ ਤੱਕ ਜਾ ਕੇ ਫੋੜਾਫੜੀ ਕਰ ਲੇਗਾ, ਇਹ ਹੋਣਾ ਨਾ ਹੈ ਨਹੀਂ। ਖਾਸ ਤੌਰ ਤੇ ਇਸ ਕਰਕੇ ਵੀ ਕਿ ਉਹਨਾਂ ਦੇ ਵਿੱਚੋਂ ਕੁਝ ਲੋਕ ਇਸ ਵੇਲੇ ਸਰਕਾਰ ਤੱਕ ਪਹੁੰਚ ਗਏ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਲਾੜੇ ਦੇ ਸਭ ਤੋਂ ਨੇੜੇ ਕੌਣ ਹੁੰਦਾ? ਸਰਬਾਲਾ ਸਭ ਤੋਂ ਨੇੜੇ ਦਾ ਹੁੰਦਾ। ਪਰ ਜੇ ਸਰਬਾਲਾ ਪੁੱਜ ਕੇ ਸ਼ਰਾਬੀ ਕਬਾਬੀ ਲਾੜੇ ਦੇ ਲਾਗੇ ਬਿਠਾਤਾ ਜਾਵੇ ਤੇ ਉਹ ਮਤਲਬ ਸਾਰੇ ਪੁੱਠੇ ਕੰਮ ਕਰਦਾ ਹੋਵੇ, ਤੇ ਫਿਰ ਲਾੜੇ ਦੇ ਨਾਲ ਖਲੋ ਕੇ ਚੱਜ ਦਾ ਕੰਮ ਕੌਣ ਕਰਦਾ ਹੋਊਗਾ? ਇੱਥੇ ਇਹ ਆ ਕਿ ਕੁਝ ਬੰਦੇ ਇਸ ਤਰ੍ਹਾਂ ਦੇ ਆ ਜਿਹੜੇ ਪੰਜਾਬ 'ਚ ਬਹੁਤ ਬਦਨਾਮ ਨੇ। ਪਤਾ ਨਹੀਂ ਕਿਸ ਤਰ੍ਹਾਂ ਨਵੀਂ ਸਰਕਾਰ ਦੇ ਗਲਿਆਰਿਆਂ ਤੱਕ ਵੀ ਪਹੁੰਚ ਬਣਾਉਣ 'ਚ ਇੱਕ ਹੱਦ ਤੱਕ ਕਾਮਯਾਬ ਹੋ ਗਏ। ਹੌਲੀ ਹੌਲੀ ਪੈਰ ਧਰਾਵਾ ਕਰਦੇ ਕਰਦੇ ਉਹ ਜਿੱਥੋਂ ਤੱਕ ਤੁਰੇ ਜਾਂਦੇ ਆ, ਜੇ ਉਹਨਾਂ ਦਾ ਰਸਤਾ ਰੋਕਿਆ ਨਾ, ਪਰ ਰੋਕਣਾ ਤਾਂ ਪਊਗਾ ਮੁੱਖ ਮੰਤਰੀ ਭਗਵੰਤ ਮਾਨ ਨੂੰ, ਜੇ ਹੋਰ ਕਿਸੇ ਨੇ ਤਾਂ ਰੋਕਣਾ ਨਹੀਂ। ਜੇ ਉਹਨਾਂ ਦਾ ਰਸਤਾ ਰੋਕਿਆ ਨਾ, ਤੇ ਜਿੰਨੀਆਂ ਸਕੀਮਾਂ ਇਹ ਬਣਾਉਂਦੇ ਪਏ ਆ, ਉਹਨਾਂ ਨੇ ਕੋਈ ਸਕੀਮ ਸਿਰੇ ਨਹੀਂ ਚੜ੍ਹਨ ਦੇਣੀ। ਸਕੀਮਾਂ ਬਣਦੀਆਂ ਨੂੰ ਆਖਿਆ ਕਰਨ ਵਾਹ ਕਮਾਲ ਬਹੁਤ ਵਧੀਆ, ਤੇ ਪਰੇ ਹੋ ਕੇ ਹੱਸ ਪਿਆ ਕਰਨਗੇ, ਵੇਖਾਂਗੇ ਜੇ ਲਾਗੂ ਕਰਾਂਗੇ। ਜੇ ਲਾਗੂ ਕਰਨੀਆਂ ਤੇ ਇਸ ਕਿਸਮ ਦੇ ਜਿਹੜੇ ਬਦੋ-ਬਦੀ ਸਰਬਾਲੇ ਬਣਨ ਵਾਲੇ ਆ ਨਾ, ਉਹਨਾਂ ਨੂੰ ਪਿੱਛੇ ਝਿੜਕ ਕੇ ਕਰਨਾ ਪਊਗਾ, ਨਹੀਂ ਤਾਂ ਕੰਮ ਖਰਾਬ ਹੋ ਰਿਹਾ ਜੀ। ਪਰ ਸਾਹਿਬ ਉਧਰ ਹਲਵਾਰਾ 에ਅਰਪੋਰਟ ਦੀ ਗੱਲ ਵੀ ਜ਼ਰੂਰ ਕਰਨੀ ਹੈ, ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ, 3 ਕੁ ਸਰਕਾਰਾਂ ਤਾਂ ਨਿਕਲ ਗਈਆਂ, ਕੰਮ ਕੁਝ ਕੀਤਾ ਨਹੀਂ, ਇਹ ਤਾਂ ਚਾਲੂ ਨਹੀਂ ਹੋਇਆ। ਮੌਜੂਦਾ ਸਰਕਾਰ ਹੈ, ਇਹ ਕਿੱਦਾਂ ਲੱਗਦਾ ਕੁਝ ਕਰਨਗੇ ਜਾਂ ਫਿਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਨੀਤੀਆਂ ਚੱਲਣਗੀਆਂ? ਦੇਖੋ, ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਬਹੁਤਾ ਕੁਝ ਹੋਇਆ ਜੀ। ਉਹਨੇ ਬੜੇ ਧੂਮ ਧੜੱਕੇ ਨਾਲ ਆਖਿਆ ਸੀ ਪੰਜਾਬ ਦੇ ਵਿੱਚ ਇੰਨੇ 에ਅਰਪੋਰਟ ਹੋਣਗੇ, ਇਹ ਹੋਵੇਗਾ, ਉਹ ਹੋਵੇਗਾ। ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਹੈ, ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਹੈ। ਸਾਨੂੰ ਇਹ ਪਤਾ ਕਿ ਚੰਡੀਗੜ੍ਹ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਬਣਨ ਲੱਗਿਆ ਇਹਨਾਂ ਜ਼ਮੀਨਾਂ ਦੇ ਮਾਮਲੇ 'ਚ ਕਿੰਨੇ ਵੱਡੇ ਵੱਡੇ ਫਰਾਡ ਹੋਏ। ਪਹਿਲਾਂ ਦੱਸੇ ਬਗੈਰ ਆਪਣੇ ਕੋਲ ਪਹਿਲਾਂ ਨੀਤ ਬਣਾ ਲਈ ਕਿ ਇੱਥੇ 에ਅਰਪੋਰਟ ਬਣਾਉਣਾ, ਆਹ ਥਾਵਾਂ ਅਕਵਾਇਰ ਕਰਨੀਆਂ। ਉਹ ਕਿਸਾਨਾਂ ਤੋਂ, ਪਿੰਡਾਂ ਵਾਲਿਆਂ ਤੋਂ ਬਹੁਤ ਸਸਤੇ ਭਾਅ, ਕੌਡੀਆਂ ਦੇ ਭਾਅ ਉਹਨਾਂ ਤੋਂ ਖਰੀਦ ਲੀਆਂ। ਚੰਡੀਗੜ੍ਹ ਦੇ ਲਾਗੇ ਵੈਸੇ ਰੇਟ ਬਹੁਤ ਹੈ, ਤੇ ਉਹਨਾਂ ਸਮਝਿਆ ਚੰਗਾ ਚੋਖਾ ਰੇਟ ਮਿਲਦਾ। ਬਾਅਦ ਵਿੱਚ ਉਹੋ ਹੀ ਜ਼ਮੀਨਾਂ ਅਕਵਾਇਰ ਕਰਾ ਕੇ 에ਅਰਪੋਰਟ ਵਾਸਤੇ ਤੇ ਮੋਟੀਆਂ ਕਮਾਈਆਂ ਅਫਸਰ ਵੀ ਕਰ ਗਏ ਤੇ ਆਗੂ ਵੀ ਕਰ ਗਏ। ਉਹਨਾਂ ਸਾਰਿਆਂ ਦੀ ਗਿਣਤੀ ਮਿਣਤੀ ਸਾਡੇ ਕੋਲ ਪਈ ਹੈ ਵੀ ਕੌਣ ਕੌਣ ਕੀ ਕਰ ਗਿਆ ਉਹ 'ਚ। ਹੁਣ ਇਹਦੇ ਵਿੱਚ ਹਲਵਾਰੇ ਵਾਲੇ ਮਾਮਲੇ ਵਿੱਚ ਵੀ ਇਹ ਕਹਿ ਕੇ ਕਿ ਹਲਵਾਰਾ 에ਅਰਪੋਰਟ ਸਿਰਫ 에ਅਰਫੋਰਸ ਦਾ ਨਹੀਂ ਰਹੇਗਾ, ਇਹਨੂੰ ਅਸੀਂ ਪੈਸੰਜਰ 에ਅਰਪੋਰਟ, ਸਿਵਲ 에ਅਰਪੋਰਟ ਵੀ ਬਣਾਵਾਂਗੇ। ਨਾਲੇ ਕਹਿਤਾ ਇਹਨੂੰ ਤਾਂ ਅਸੀਂ ਇੰਟਰਨੈਸ਼ਨਲ 에ਅਰਪੋਰਟ ਬਣਾ ਦੇਣਾ, ਤਾਂ ਕਿ ਲੁਧਿਆਣੇ ਦੇ ਵਿੱਚ ਇੰਡਸਟਰੀ ਹੈ, ਇਹ ਕਾਰੋਬਾਰੀ ਲੋਕ ਬਾਹਰ ਜਾਣਾ ਹੋਵੇ ਤੇ ਇੱਥੋਂ ਚੜ੍ਹਨ, ਬਾਹਰੋਂ ਆਉਣਾ ਹੋਵੇ ਤੇ ਇਹਨਾਂ ਦੇ ਨਾਲ ਕਿਸੇ ਕਿਸਮ ਦੀਆਂ ਇੰਟਰਨੈਸ਼ਨਲ ਕੰਪਨੀ ਵਾਲੇ ਇੱਥੇ ਆ ਕੇ ਉਤਰਿਆ ਕਰਨਗੇ ਤੇ 15-20 ਮਿੰਟਾਂ ਬਾਅਦ ਲੁਧਿਆਣੇ ਜਾ ਵੜਿਆ ਕਰਨਗੇ, ਅਸੀਂ ਤੇ ਆਹ ਕਰਨਾ ਉਹ ਕਰਨਾ। ਇਹਦੇ ਲਾਗੇ ਪਾਸੇ ਦੀਆਂ ਜ਼ਮੀਨਾਂ ਦੇ ਰੇਟ ਚੜ੍ਹਾਤੇ। ਉਹ ਰੇਟ ਚੜ੍ਹਾਉਣ ਦੇ ਚੱਕਰ ਵਿੱਚ ਕਮਾਈਆਂ ਜਿਨ੍ਹਾਂ ਕਰਨੀਆਂ ਸੀ ਕਰ ਗਏ। 에ਅਰਪੋਰਟ ਉੱਥੇ ਦਾ ਉੱਥੇ ਖੜਾ। ਅੱਜ ਵੀ ਉਹ 에ਅਰਪੋਰਟ ਸਿਰਫ ਤੇ ਸਿਰਫ 에ਅਰਫੋਰਸ ਵਾਸਤੇ ਆ। ਸਾਡੇ ਆਦਮਪੁਰ ਵਾਲਾ ਜਿਹੜਾ ਬਣ ਗਿਆ, ਇਹਦੇ ਵਿੱਚ ਕਿੰਨੀਆਂ ਧਿਰਾਂ ਦਾ ਕੀ ਜ਼ੋਰ ਲੱਗਾ। ਸਾਰਾ ਜ਼ੋਰ ਲੱਗਣ ਤੋਂ ਬਾਅਦ 에ਅਰਪੋਰਟ ਬਣ ਗਿਆ, ਅਜੇ ਤੱਕ ਉਹਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ। ਔਰ ਇਹਨੂੰ ਫੇਲ ਕਰਨ ਵਾਸਤੇ ਕੁਝ ਲੋਕ ਦਿੱਲੀ 'ਚ ਬੈਠੇ ਆ, ਕੁਝ ਇੱਥੇ ਜਲੰਧਰ 'ਚ ਬੈਠੇ ਆ। ਆਦਮਪੁਰ ਦਾ ਅੱਡਾ ਪੁੱਟੇ ਨੂੰ 5-6 ਸਾਲ ਹੋ ਗਏ ਆ। ਫਲਾਈਓਵਰ ਬਣਦਾ ਜੀ, ਬਣਦਾ ਜੀ, ਬਣਦਾ ਜੀ, ਬਣਦਾ ਜੀ। ਇਹ ਬਣਦਾ 5 ਸਾਲਾ ਪਲਾਨ ਤੇ ਸੁਣੇ ਸੀ, 15 ਸਾਲਾ ਪਲਾਨ ਜਿਹੜਾ ਕਿਸੇ ਪਾਸੇ ਨਹੀਂ ਲੱਗ ਰਿਹਾ। ਆਦਮਪੁਰ ਦੇ ਲੋਕ ਵੀ ਫਸੇ ਨੇ ਤੇ ਇਹੋ ਜਿਹੇ ਹਾਲਾਤ 'ਚ ਉਸ ਆਦਮਪੁਰ 에ਅਰਪੋਰਟ ਨੂੰ ਜਾਣ ਦਿੱਤਾ। ਅਗਲਾ ਕਹਿੰਦਾ ਅਸੀਂ ਅੰਮ੍ਰਿਤਸਰ ਚੱਲ ਜਾਵਾਂਗੇ। ਇਹ ਫੇਲ ਕਰਨ ਵਾਸਤੇ ਸਕੀਮਾਂ ਜਿਹੜੀਆਂ ਨੇ ਉਹਨਾਂ 'ਚ ਇਸ 에ਅਰਪੋਰਟ ਨੂੰ ਜਾਂਦਾ ਰਸਤਾ ਆਦਮਪੁਰ ਉਹ ਵੀ ਲੈ ਲਓ। ਕਿਹੜਾ 4 ਕਿਲੋਮੀਟਰ ਖੱਡਿਆਂ 'ਚ ਖੜਾ 'ਚ ਜੇ ਮੀਂਹ ਪਿਆ ਹੋਵੇ ਤਾਂ ਚੱਕੜ 'ਚ ਗੱਡੀ ਫਸ ਜਾਂਦੀ ਹੈ ਤੇ NRI ਬਾਹਰ ਉਤਰ ਕੇ ਧੱਕੇ ਥੋੜ੍ਹਾ ਲਾਉਣਗੇ। ਇਹ ਸਾਰਾ ਕੁਝ ਜੋ ਹੋ ਰਿਹਾ ਉਹਨੂੰ ਵੇਖਿਆ ਜਾਵੇ ਤੇ ਕੈਪਟਨ ਅਮਰਿੰਦਰ ਸਿੰਘ ਵੀ ਜਾਣ ਲੱਗਿਆ, ਉਹ ਵੀ ਉਸ ਤੋਂ ਬਾਅਦ ਦੂਸਰੇ ਵੀ ਜਿਹੜੇ ਵੀ ਆਏ ਨੇ, ਉਹਦੇ ਤੋਂ ਪਹਿਲੇ ਅਕਾਲੀ ਭਾਜਪਾ, ਇਹ ਸਾਰੇ ਲੋਕਾਂ ਨੂੰ ਲਾਲੀਪਾਪ ਚੂਸਣ ਨੂੰ ਦਿੰਦੇ ਰਿਹਾ। ਇਹਨਾਂ ਨੇ ਅਮਲ 'ਚ ਹਲਵਾਰਾ 에ਅਰਪੋਰਟ ਵਾਸਤੇ ਕਿਸੇ ਨੇ ਵੀ ਕੱਖ ਨਹੀਂ ਕੀਤਾ। ਹੁਣ ਪਤਾ ਲੱਗਾ ਕਿ ਇਹਦੇ ਵਾਸਤੇ ਕੇਂਦਰ ਸਰਕਾਰ ਨੂੰ ਕਦੇ ਕਿਸੇ ਨੇ ਚਿੱਠੀ ਤੱਕ ਨਹੀਂ ਲਿਖੀ, ਸਿਰਫ ਇੱਥੇ ਗੱਪਾਂ ਮਾਰਦੇ ਰਹੇ, ਜਲਸਿਆਂ 'ਚ ਐਲਾਨ ਕਰੀ ਗਏ, ਉੱਥੇ ਉਹਨਾਂ ਨੂੰ ਆਖਿਆ ਹੀ ਨਹੀਂ ਕਿਵੇਂ ਬਣਾਉਣਾ। ਗੱਲ ਤਾਂ ਪੰਨ ਸਾਹਿਬ ਉਹ ਤਾਂ ਸਹੀ ਕੀਤੀ ਹੈ, ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਉਹ ਵੀ ਦੱਸ ਹੀ ਦੇਣਗੇ ਜਦੋਂ ਆਦਮਪੁਰ ਤੋਂ ਹੁਸ਼ਿਆਰਪੁਰ ਨੂੰ ਜਾਂਦੇ ਆ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਆ। ਦੂਸਰੇ ਪਾਸੇ ਗੱਲ ਪੰਨ ਸਾਹਿਬ ਆਪਾਂ ਓਪੋ ਕੰਪਨੀ ਦੀ ਵੀ ਕਰਨੀ ਹੈ। ਪਹਿਲਾਂ ਵੀਵੋ ਕੰਪਨੀ 45,000 ਕਰੋੜ ਤੋਂ ਵੱਧ ਲੈ ਗਈ ਤੇ ਹੁਣ ਓਪੋ ਕੰਪਨੀ ਦੇ ਉੱਪਰ ਵੀ ਦੋਸ਼ ਲੱਗਿਆ, ਕਹਿੰਦੇ 4300 ਕਰੋੜ ਰੁਪਏ ਲੈ ਕੇ ਇਹ ਵੀ ਵਿਦੇਸ਼ ਚਲੇ ਗਏ। ਇਹ ਕੀ ਹਿਸਾਬ ਕਿਤਾਬ ਹੈ? ਕੰਪਨੀਆਂ ਤੇ ਕਮਰ ਕਿਉਂ ਨਹੀਂ ਕੱਸੀ ਜਾਂਦੀ ਹੈ? ਜਿਹੜੀ ਓਪੋ ਕੰਪਨੀ ਆ ਇਹ ਹੁਣ ਵਾਲੀ ਕੇਂਦਰ ਸਰਕਾਰ ਦੇ ਹੁੰਦਿਆਂ ਆਈ ਹੈ।
ਇਹ ਤੇ ਕਹਿੰਦੇ ਸੀ ਅਸੀਂ ਆਹ ਕਰ ਦੇਣਾ, ਉਹ ਕਰ ਦੇਣਾ, ਅਸੀਂ ਬੜੀ ਚੌਕਸੀ, ਅਸੀਂ ਚੋਰਾਂ ਨੂੰ ਫੜ ਦਾਂਗੇ। ਉਲਟਾ ਚੋਰ ਇੱਥੋਂ ਮਿੰਟਾਂ ਦੇ ਵਿੱਚ ਕਰੋੜਾਂ ਦਾ ਮਾਲ ਚੁੱਕ ਕੇ ਤੇ ਵਿਦੇਸ਼ ਜਾ ਵੜੇ। ਲਲਿਤ ਮੋਦੀ ਚਲਾ ਗਿਆ, ਨੀਰਵ ਮੋਦੀ ਚਲਾ ਗਿਆ, ਫਲਾਨਾ ਮੋਦੀ ਚਲਾ ਗਿਆ, ਵਿਜੇ ਮਾਲਿਆ ਚਲਾ ਗਿਆ, ਸਾਰੇ ਭੱਜੇ ਗਏ ਜੀ। ਕਿੰਨਾ ਕੁਛ ਹੋ ਗਿਆ। ਜਿਹੜੀਆਂ ਜਦੋਂ ਇਹਨਾਂ ਨੇ ਆਖਿਆ ਸੀ ਚੀਨੀ ਕੰਪਨੀਆਂ ਨੂੰ ਉੱਥੇ ਵੜਨ ਨਹੀਂ ਦੇਣਾ, ਸਾਡੇ ਇੱਕ ਦਿਨ ਇੱਥੇ ਚੀਨ ਦੀ ਤੇ ਸਾਡੀ ਭਾਰਤੀ ਫੌਜ ਦੀ ਆਪੋ 'ਚ ਧੱਕਾ ਮੁੱਕੀ ਹੋਈ, ਅਸੀਂ 20 ਆਪਣੇ ਜਵਾਨ ਸ਼ਹੀਦ ਕਰਵਾ ਲਏ। ਉਦੋਂ ਕਹਿੰਦੇ ਸੀ ਚੀਨਾਂ ਨੂੰ ਇੱਥੇ ਵੜਨ ਨਹੀਂ ਦੇਣਾ ਜੀ। ਕਰੋਨਾ ਦੇ ਦੌਰ ਵਿੱਚ ਵੀ ਕਹਿੰਦੇ ਸੀ ਇੱਥੇ ਕੋਈ ਚੀਨੀ ਨਹੀਂ ਵੜਨ ਦੇਣਾ। ਉਦੋਂ ਵੀ ਚੀਨ ਦੀਆਂ ਕੰਪਨੀਆਂ ਜਿਹੜੀਆਂ ਇਸ ਸਰਕਾਰ ਦੇ ਆਉਣ ਤੋਂ ਬਾਅਦ ਲੱਗੀਆਂ, 5-6 ਕੰਪਨੀਆਂ ਉਦੋਂ ਵੀ ਚੱਲਦੀਆਂ ਸੀ। ਹੁਣ ਆਹ ਵੀਵੋ ਕੰਪਨੀ ਪਿੱਛੇ ਜੇ 45,000 ਕਰੋੜ ਰੁਪਏ ਦਾ ਮਨੀ ਲਾਂਡਰਿੰਗ ਕਰਕੇ ਪੈਸਾ ਭਾਰਤ ਵਿੱਚੋਂ ਕਮਾ ਕੇ ਬਾਹਰ ਦਾ ਬਾਹਰ ਚੋਰਾਂ ਵਾਲੇ ਤਰੀਕੇ ਨਾਲ ਕੱਢ ਕੇ ਤੇ ਬਾਅਦ 'ਚ ਉਹਦਾ ਜਿਹੜਾ ਹੈੱਡ ਹੈ ਉਹ ਵੀ ਤੇ ਡਿਪਟੀ ਹੈੱਡ ਵੀ ਦੋਵੇਂ ਭੱਜ ਗਏ। ਅੱਜ ਹੁਣ ਖਬਰ ਆ ਗਈ ਹੈ ਕਿ ਓਪੋ ਕੰਪਨੀ ਇਹ ਵੀ ਚੀਨ ਦੀ ਹੈ। ਇਹ ਜਿਹੜੀ ਓਪੋ ਕੰਪਨੀ ਆ ਉਹ ਕਹਿੰਦੇ ਜੀ ਇਸ ਕੰਪਨੀ ਇਹ ਵਿਦੇਸ਼ੀ ਕੰਪਨੀ ਜਿਹੜੀ ਵੀ ਆ ਉਹ ਕੋਈ ਵੀ ਹੋਵੇ ਇਹਦੇ ਨਾਲ ਕੀ ਫਰਕ ਪੈਂਦਾ। ਇਹ ਓਪੋ ਕੰਪਨੀ ਉੱਤੇ ਦੋਸ਼ ਲੱਗਦਾ ਕਿ ਇਹਨਾਂ ਨੇ 4399 ਕਰੋੜ ਜਿਹੜਾ ਉਹਦੀ ਸਿਰਫ ਕਸਟਮ ਡਿਊਟੀ ਖਾ ਲਈ ਹੈ ਜੀ। ਜੇ ਕਸਟਮ ਡਿਊਟੀ ਇੰਨੀ ਆ ਤੇ ਹੋਰ ਕਾਲੇ ਵਾਲੇ ਕਿੰਨੇ ਕੀਤੇ ਹੋਣਗੇ। ਕਿਤੇ ਵੀਵੋ ਵਾਂਗ ਬਾਅਦ ਚ ਪੁਣਛਾਣ ਕਰਦਿਆਂ ਇਹ ਵੀ 45,000 ਕਰੋੜ ਦਾ ਪਹੁੰਚ ਜਾਂਦੇ ਹੋਣ। ਪਰ ਜਦੋਂ ਇਹ ਸਭ ਕੁਝ ਹੁੰਦਾ ਪਿਆ ਸੀ, ਸਵਾਲ ਇਹ ਨਹੀਂ ਕਿ ਚੋਰ ਨੇ ਚੋਰੀ ਕੀਤੀ ਹੈ, ਸਵਾਲ ਇਹ ਹੈ ਚੋਰਾਂ ਨੂੰ ਫੜਨ ਵਾਸਤੇ ਜਿਹੜੀ ਫੋਰਸ ਸੀ, ਜਿਹੜਾ ਕਸਟਮ ਡਿਪਾਰਟਮੈਂਟ ਸੀ, ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਸੀ, ਜਿਹੜਾ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਹੈ, ਇਹ ਸਾਰੇ ਕੀ ਕਰਦੇ ਸੀ? ਸੁੱਤੇ ਪਏ ਸੀ, ਭੰਗ ਪੀ ਕੇ ਪਏ ਸੀਗੇ। ਇਹਨਾਂ 'ਚੋਂ ਕਦੇ ਕਿਸੇ ਨੇ ਉਸ ਵਕਤ ਅੱਖ ਕਿਉਂ ਨਹੀਂ ਖੋਲੀ, ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ? ਅੱਜ ਹੁਣ ਲੰਘੇ ਸੱਪ ਦੀ ਲਕੀਰ ਦੇ ਉੱਤੇ ਸੋਟੇ ਮਾਰਨ ਨੂੰ ਹਰ ਕੋਈ ਤਗੜਾ ਹੁੰਦਾ ਜੀ। ਪਰ ਜਦੋਂ ਇਹ ਸਭ ਕੁਝ ਹੁੰਦਾ ਪਿਆ ਸੀ, ਇਹਨਾਂ ਦੀ ਅੱਖਾਂ ਥੱਲੇ ਹੁੰਦਾ ਸੀ, ਇਹਨਾਂ ਦੇ ਨੱਕ ਥੱਲੇ ਹੁੰਦਾ ਸੀ, ਉਦੋਂ ਇਹਨਾਂ 'ਚੋਂ ਕਿਸੇ ਨੇ ਕੁਝ ਨਹੀਂ ਕੀਤਾ। ਚਰਚਾ ਤਾਂ ਇਹ ਵੀ ਹੈ ਕਿ ਇਹਨਾਂ ਸਾਰਿਆਂ ਨੇ ਕੀਤਾ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਜਦੋਂ ਉਹ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦੇ ਨੇ ਤੇ ਜਿੱਦਾਂ ਚੋਰ ਜਾਣ ਲੱਗਿਆ ਉੱਥੇ ਪਹਿਰੇਦਾਰਾਂ ਨੂੰ ਕੋਈ ਨਾ ਕੋਈ ਲਾ ਦਿੰਦੇ। ਇੱਥੇ ਵੀ ਜਿਨ੍ਹਾਂ ਤੋਂ ਡਰਿਆ ਕਿ ਸਾਨੂੰ ਫੜ ਨਾ ਲੈਂਦੇ ਹੋਣ, ਉਹਨਾਂ ਨੂੰ ਕੁਝ ਨਾ ਕੁਝ ਚੋਗਾ ਪਾਇਆ ਜਾਂਦਾ, ਕੁਝ ਨਾ ਕੁਝ ਉਹਨਾਂ ਦੇ ਮੂੰਹ 'ਚ ਹੱਡ ਦਿੱਤਾ ਜਾਂਦਾ। ਉਦੋਂ ਏਜੰਸੀਆਂ ਚੁੱਪ ਕਰ ਰਹਿੰਦੀਆਂ ਤੇ ਬਾਅਦ ਵਿੱਚ ਚੋਰ 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 ਰੌਲਾ ਪਾ ਕੇ ਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਯਤਨ ਕਰਦੇ। ਬਾਅਦ 'ਚ ਉਸ ਖਬਰ ਲੱਗ ਕੇ ਰਹਿ ਜਾਂਦੀ ਹੈ। ਪੰਜ ਸਾਹਿਬ ਚਲੋ ਬਹੁਤ ਬਹੁਤ ਧੰਨਵਾਦ ਪੰਜ ਸਾਹਿਬ, ਖਬਰਾਂ 'ਚ ਚਰਚਾ ਕੀਤੀ ਤੁਸੀਂ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।